Warm welcome to all my viewers on my YouTube channel. Just do it for a bright future. I'm Surendra Kumar. Today, I will making another session for the class 10th, the land utilization and agriculture part second. In this session, we are discussing about to the question answers. And in the first part, I am discuss about to the full chapter regarding to the land utilization and agriculture. Which students has been come through the first time to subscribe my channel. Just do it for a bright future, and also press bell icon for the latest updation regarding my new videos. And which students cannot be watch my first part, so you must be go from to the first part and learns the more important and useful terms which has been used in this chapter. So you will be learn from to my first part videos, and then you will watch this second part video. Now we are starting from this session. The first question of this session is, what is the crops which are the ਸਵੋਨ ਇਨ ਦੀ ਖਰੀਫ ਸੀਜ਼ਨ? ਵੀ ਜਿਹੜਾ ਖਰੀਫ ਸੀਜ਼ਨ ਹੁੰਦਾ ਉਹਦੇ ਵਿੱਚ ਕਿਹੜੀਆਂ ਫਸਲਾਂ ਜਿਹੜੀਆਂ ਉਗਾਈਆਂ ਜਾਂਦੀਆਂ ਨੇ, ਇਹਦੇ ਦਿਖਾਇਆ ਗਿਆ। ਦੀਆਂ ਕੌਪਸ ਸਵੋਨ ਇਨ ਦੀ ਖਰੀਫ ਇਜ਼ ਆਰ ਦੀ ਰਾਈਸ, ਜਵਾਰ, ਬਾਜਰਾ, ਮੈਜਲਸ, ਗਰਾਊਂਡਨਟਸ ਐਂਡ ਕੋਕੋਨਟਸ ਸੌਰੀ ਕਾਟਨ। ਇਹ ਜਿਹੜੀ ਖਰੀਫ ਸੀਜ਼ਨ ਦੇ ਵਿੱਚ ਜਿਹੜੀਆਂ ਉਗਾਈਆਂ ਜਾਣ ਵਾਲੀਆਂ, ਯਾਨੀ ਕਿ ਗਰਮੀ ਦੇ ਸੀਜ਼ਨ ਦੇ ਵਿੱਚ ਜਿਹੜੀਆਂ ਫਸਲਾਂ ਉਗਾਈਆਂ ਜਾਂਦੀਆਂ ਨੇ ਉਹਨੂੰ ਖਰੀਫ ਸੀਜ਼ਨ ਕਿਹਾ ਜਾਂਦਾ। ਉਹਦੇ ਵਿੱਚ ਕਿਹੜੀਆਂ ਨੇ? ਚੌਲ ਉੱਗਦੇ ਆ, ਬਾਜਰਾ ਉੱਗਦਾ ਵਾ, ਸਾਡਾ ਜਵਾਰ ਉੱਗਦਾ ਵਾ, ਤੇ ਮੂੰਗਫਲੀ ਉੱਗਦੀਆਂ ਨੇ। ਇਹ ਸਾਰੀਆਂ ਲਗਾਈਆਂ ਜਾਂਦੀਆਂ ਨੇ। ਨੈਕਸਟ ਹੈਗਾ, ਵਿਚ ਇਜ਼ ਦੀ ਕੌਪਸ ਸੋਨਸ ਇਨਟੂ ਦੀ ਰਵੀ ਸੀਜ਼ਨ। ਵੀ ਜਿਹੜੇ ਰਵੀ ਸੀਜ਼ਨ ਹੁੰਦਾ ਉਹਦੇ ਵਿੱਚ ਕਿਹੜੀਆਂ ਫਸਲਾਂ ਉਗਾਈਆਂ ਜਾਂਦੀਆਂ ਨੇ? ਬੀਟ, ਵੈਰਲ, ਗ੍ਰਾਮਸ, ਮਸਟਰਡ ਐਂਡ ਰੈਪਲ ਸ਼ੀਟਸ ਐਕਸੈਕਟਰਾ। ਜਿਹੜੀਆਂ ਚੀਜ਼ਾਂ ਨੇ ਉਹ ਖਰੀਫ ਦੇ ਵਿੱਚ ਰਵੀ ਦੇ ਵਿੱਚ ਉਗਾਈਆਂ ਜਾਂਦੀਆਂ ਨੇ। ਰਵੀ ਸੀਜ਼ਨ ਕਿਹੜਾ ਹੁੰਦਾ? ਸਰਦੀਆਂ। ਜਿਹੜਾ ਹੁਣ ਸੀਜ਼ਨ ਚੱਲ ਰਿਹਾ ਪੰਜਾਬ ਦੇ ਵਿੱਚ, ਜਿਹਦੇ ਵਿੱਚ ਅਸੀਂ ਹੁਣ ਕਣਕ ਬੀਜਾਂਗੇ ਤੇ ਸਰੋਂ ਬੀਜਾਂਗੇ, ਇਹ ਸਾਰੀਆਂ ਚੀਜ਼ਾਂ ਬੀਜੀਆਂ ਜਾਂਦੀਆਂ ਨੇ। ਨੈਕਸਟ ਹੈਗਾ, ਵਟ ਇਜ਼ ਦੀ ਡਿਫਰੈਂਸ ਬਿਟਵੀਨ ਦੀ ਗ੍ਰੀਨ ਮੈਨਿਓਰ ਐਂਡ ਫਰਟੀਲਾਈਜ਼ਰਸ। ਵੀ ਜਿਹੜੇ ਗ੍ਰੀਨ ਮੈਨਿਓਰਸ ਯਾਨੀ ਕਿ ਹਰਾ ਜਿਹੜਾ ਵਾ ਮੱਲੜ ਪਦਾਰਥ ਹੁੰਦਾ ਉਹਦੇ ਵਿੱਚ, ਤੇ ਫਰਟੀਲਾਈਜ਼ਰ ਦੇ ਵਿੱਚ ਕੀ ਡਿਫਰੈਂਸ ਆ? ਫਰਟੀਲਾਈਜ਼ਰ ਐਂਡ ਮੈਨਿਓਰ, ਇਹ ਫਰਟੀਲਾਈਜ਼ਰਸ ਆਰ ਦੀ ਕੈਮੀਕਲ ਪ੍ਰਪੇਅਰਡ ਬਟ ਦੀ ਮੈਨਿਓਰ ਇਨਕਲੂਡਿੰਗ ਟੂ ਦੀ ਗੋਬਰ ਐਂਡ ਗ੍ਰੀਨ ਪਲਾਂਟਸ। ਵੀ ਜਿਹੜੇ ਫਰਟੀਲਾਈਜ਼ਰ ਹੁੰਦੇ ਆ ਉਹ ਕੈਮੀਕਲ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹਨਾਂ ਨੂੰ ਯੂਜ਼ ਕਰਕੇ ਬਣਾਇਆ ਜਾਂਦਾ, ਤੇ ਮੈਨਿਓਰ ਜਿਹੜਾ ਹੁੰਦਾ ਉਹ ਗੋਬਰ ਜਾਂ ਗ੍ਰੀਨ ਪਲਾਂਟਸ ਤੋਂ ਹੀ ਬਣਾਇਆ ਜਾਂਦਾ ਵਾ, ਯਾਨੀ ਕਿ ਇਹ ਆਰਗੈਨਿਕ ਖਾਦ ਹੁੰਦੀ ਹੈ। ਨੈਕਸਟ ਹੈਗੀ ਆ, ਵਟ ਇਜ਼ ਦੀ ਮਿਲਚਿਸਟ ਕੈਟਲ। ਵੀ ਮਿਲਚਿਸਟ ਕੈਟਲ ਕੀ ਹੁੰਦਾ ਵਾ? The cattle which has been provided the food is called to the milchous cattle. Cow and buffaloes are the milchous cattle। ਵੀ ਜਿਹੜੀਆਂ ਜਿਨ੍ਹਾਂ ਦਾ ਸਾਨੂੰ ਦੁੱਧ ਮਿਲਦਾ ਵਾ ਉਹਨੂੰ ਮਿਲਕੀਅਸ ਕੈਟਲ ਕਿਹਾ ਜਾਂਦਾ, ਜਿਵੇਂ ਕਾਓ ਹੋ ਗਈ, ਬਫੈਲੋ ਹੋ ਗਿਆ, ਗਾਵਾਂ ਹੋ ਗਿਆ, ਮੱਝਾਂ ਹੋ ਗਿਆ। ਨੈਕਸਟ ਹੈਗਾ, ਵਟ ਇਜ਼ ਦੀ ਫੈਲੋ ਲੈਂਡ। ਫੈਲੋ ਲੈਂਡ ਕੀ ਹੁੰਦੀ ਹੈ? ਇਹ ਫੈਲੋ ਲੈਂਡ ਇਜ਼ ਦੀ ਪੀਸ ਆਫ ਦੀ ਲੈਂਡ ਇਨ ਵਿਚ ਦੀ ਵਨ ਕੌਪਸ ਇਜ਼ ਗਰੋਨ ਡਿਊਰਿੰਗ ਦੀ ਪੀਰੀਅਡ ਆਫ 2 and 3 years। ਵੀ ਉਹ ਕੁਛ ਫਸਲਾਂ ਜਿਹੜੀਆਂ ਇੱਕ ਉਗਾਈਆਂ ਜਾਂਦੀਆਂ ਨੇ ਇੱਕ ਲੈਂਡ ਦੇ ਉੱਤੇ, ਜਿਹਦੇ ਵਿੱਚ ਅਸੀਂ ਸਿਰਫ ਇੱਕ ਹੀ ਫਸਲ ਉਗਾਉਂਦੇ ਹਾਂ, ਜਿਹੜੀ ਕਿ 2 ਜਾਂ 3 ਸਾਲਾਂ ਤੋਂ ਬਾਅਦ। ਨੈਕਸਟ ਹੈਗਾ ਵਾ, ਵਟ ਇਜ਼ ਦੀ ਪਰਸੈਂਟੇਜ ਏਰੀਆ ਆਫ ਆਵਰ ਕੰਟਰੀ ਅੰਡਰ ਦੀ ਫੋਰੈਸਟ। ਫੋਰੈਸਟ ਦੇ ਅੰਡਰ ਸਾਡੀ ਕੰਟਰੀ ਵਿੱਚ ਕਿੰਨਾ ਕੁ ਏਰੀਆ ਆਉਂਦਾ ਵਾ? 23.3% ਜਿਹੜਾ ਏਰੀਆ ਵਾ ਉਹ ਕੰਟਰੀ ਦਾ ਫੋਰੈਸਟ ਦੇ ਅੰਡਰ ਆਉਂਦਾ ਵਾ। ਨੈਕਸਟ ਹੈਗਾ, ਹਾਊ ਮਚ ਏਰੀਆ ਸ਼ੁੱਡ ਬੀ ਅੰਡਰ ਦੀ ਫੋਰੈਸਟ ਫਰੋਮ ਟੂ ਦੀ ਸਾਇੰਟੀਫਿਕ ਪੁਆਇੰਟ ਆਫ ਵਿਊ। ਵੀ ਸਾਡੇ ਸਾਇੰਟਿਫਿਕ ਪੁਆਇੰਟ ਆਫ ਵਿਊ ਦੇ ਅਕੋਰਡਿੰਗ ਜਿਹੜਾ ਫੋਰੈਸਟ ਦਾ ਕਿੰਨਾ ਏਰੀਆ ਆਉਣਾ ਚਾਹੀਦਾ ਜੀ ਸਾਡੇ ਇੰਡੀਆ ਦੇ ਵਿੱਚ, ਦੀ ਅਕੋਰਡਿੰਗ ਟੂ ਦੀ ਸਾਇੰਟਿਫਿਕ ਪੁਆਇੰਟ ਆਫ ਵਿਊ 33% ਆਫ ਦੀ ਲੈਂਡ ਆਫ ਐਜ਼ ਅ ਕੰਟਰੀ ਸ਼ੁੱਡ ਬੀ ਅੰਡਰ ਦੀ ਫੋਰੈਸਟ। ਵੀ ਜਿਹੜਾ 33% ਏਰੀਆ ਵਾ ਲੈਂਡ ਦਾ ਉਹ ਸਾਡੀ ਕੰਟਰੀ ਦੇ ਵਿੱਚ ਕੀ ਹੋਣਾ ਚਾਹੀਦਾ? ਜੀ ਫੋਰੈਸਟ ਦੇ ਅੰਡਰ ਹੋਣਾ ਚਾਹੀਦਾ। ਬਟ ਰਿਐਲਿਟੀ ਦੇ ਵਿੱਚ ਕਿੰਨਾ ਵਾ? 23.3% ਹੈ। ਇਹ ਵੀ ਹੁਣ ਘਟਦਾ ਜਾ ਰਿਹਾ ਵਾ। ਨੈਕਸਟ ਹੈਗਾ, ਹਾਊ ਮਚ ਟੂ ਦੀ ਪਰਸੈਂਟੇਜ ਏਰੀਆ ਆਫ ਦੀ ਪੰਜਾਬ ਇਜ਼ ਦੀ ਅੰਡਰ ਦੀ ਫੋਰੈਸਟ। ਪੰਜਾਬ ਦੇ ਵਿੱਚ ਕਿੰਨਾ ਏਰੀਆ ਜਿਹੜਾ ਵਾ ਉਹ ਫੋਰੈਸਟ ਦੇ ਅੰਡਰ ਆਉਂਦਾ ਵਾ? 5.7% ਜਿਹੜਾ ਏਰੀਆ ਵਾ ਉਹ ਅੰਡਰ ਜਿਹੜਾ ਫੋਰੈਸਟ ਆ ਉਹ ਪੰਜਾਬ ਦੇ ਵਿੱਚ ਆਉਂਦਾ ਵਾ। ਨੈਕਸਟ ਹੈਗਾ, ਵਟ ਹਾਊ ਮਚ ਦੀ ਪਰਸੈਂਟੇਜ ਆਫ ਦੀ ਫੋਰੈਸਟ ਇਜ਼ ਅੰਡਰ ਦੀ ਐਗਰੀਕਲਚਰ ਇਨ ਇੰਡੀਆ। ਇੰਡੀਆ ਦੇ ਵਿੱਚ ਜਿਹੜੀ ਐਗਰੀਕਲਚਰ ਲੈਂਡ ਆ ਉਹ ਕਿੰਨੇ ਪਰਸੈਂਟ ਆਉਂਦੀ ਆ? 50% ਜਿਹੜਾ ਏਰੀਆ ਵਾ ਉਹ ਇੰਡੀਆ ਦਾ ਉਹ ਕਿਹਦੇ ਆ? ਲੈਂਡ ਦੇ ਐਗਰੀਕਲਚਰ ਦੇ ਅੰਡਰ ਆਉਂਦਾ ਵਾ। ਨੈਕਸਟ ਹੈਗਾ ਵਾ, ਵਟ ਇਜ਼ ਦੀ ਲਾਰਜੈਸਟ ਵੀਟ ਪ੍ਰੋਡਿਊਸਰ ਸਟੇਟ ਆਫ ਆਵਰ ਕੰਟਰੀ। ਸਾਡੀ ਕੰਟਰੀ ਦੇ ਵਿੱਚ ਸਭ ਤੋਂ ਜ਼ਿਆਦਾ ਕਣਕ ਕਿੱਥੇ ਉਗਾਈ ਜਾਂਦੀ ਆ? ਉੱਤਰ ਪ੍ਰਦੇਸ਼ ਹੈ ਜਿਹੜੇ ਵਿੱਚ ਸਭ ਤੋਂ ਜ਼ਿਆਦਾ ਕੀ ਆ? ਕਣਕ ਉਗਾਈ ਜਾਂਦੀ ਆ। ਨੈਕਸਟ ਹੈਗਾ ਵਾ, ਵਿਚ ਸਟੇਟਸ ਆਫ ਆਵਰ ਕੰਟਰੀ ਇਜ਼ ਕੰਟਰੀਬਿਊਟ ਦੀ ਲਾਰਜੈਸਟ ਅਮਾਊਂਟ ਆਫ ਟੂ ਦੀ ਵੀਟ ਇਨ ਦੀ ਸੈਂਟਰਲ ਪੂਲ। ਜਿਹੜਾ ਸੈਂਟਰਲ ਪੂਲ ਹੁੰਦਾ ਵਾ ਉਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਆ ਕਣਕ ਉਹ ਕਿਹਦੇ ਦੁਆਰਾ ਉਗਾਈ ਜਾਂਦੀ ਹੈ? ਤਾਂ ਜਿਹੜੇ ਪੰਜਾਬ ਦੇ ਵਿੱਚ ਜਿਹੜਾ ਵਾ ਲਾਰਜੈਸਟ ਕੰਟਰੀਬਿਊਸ਼ਨ ਆ ਉਹ ਵੀਟਸ ਦੀ ਜਿਹੜੀ ਕਿ ਪਬਲਿਕ ਡਿਸਟਰੀਬਿਊਸ਼ਨ ਸਿਸਟਮ ਦੇ ਥਰੂ ਸਾਰੇ ਕਿਤੇ ਪਹੁੰਚਾਈ ਜਾਂਦੀ ਆ। ਨੈਕਸਟ ਹੈਗਾ ਵਾ, ਵਟ ਆਰ ਦੀ ਕਾਜ਼ ਆਫ ਡਿਕਰੀਜ਼ਿੰਗ ਟੂ ਦੀ ਪੋਸਚਰਸ ਲੈਂਡ। ਜਿਹੜੇ ਪੋਸਚਰਸ ਲੈਂਡ ਹੁੰਦੀਆਂ ਨੇ ਉਹਦੇ ਡਿਕਰੀਜ਼ ਹੋਣ ਦੇ ਕੀ ਕਾਰਨ ਨੇ? ਅੰਡਰ ਦੀ ਏਰੀਆ ਅੰਡਰ ਦੀ ਪੋਸਚਰਸ ਇਜ਼ ਅਬਾਊਟ ਦੀ ਅੰਡਰ ਦੀ ਕਲਟੀਵੇਸ਼ਨ ਟੂ ਦੀ ਮੀਟਸ ਦੀ ਨੀਡਸ ਆਫ ਗਰੋਇੰਗ ਪੋਪੂਲੇਸ਼ਨ ਆਫ ਦੀ
ਕੰਟਰੀ। ਕਹਿੰਦੇ ਇਹ ਜ਼ਿਆਦਾਤਰ ਜਿਹੜੀਆਂ ਲੈਂਡਸ ਨੇ ਉਹ ਕੀ ਨੇ, ਕਲਟੀਵੇਸ਼ਨ ਦੇ ਅੰਡਰ ਲਿੱਤੀਆਂ ਗਈਆਂ ਤਾਂ ਜੋ ਕੀ ਆ ਵੀ ਜਿਹੜੀ ਸਾਡੀ ਵੱਧ ਰਹੀ ਜਨਸੰਖਿਆ ਵਾ ਉਹਨੂੰ ਕਿਸ ਤਰੀਕੇ ਨਾਲ ਖਾਣਾ ਦੀ ਜਿਹੜੀ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ। ਨੈਕਸਟ ਹੈਗਾ ਇੰਡੀਆ ਈਅਰ 2001, ਹਾਊ ਮਚ ਦੀਆਂ ਫੂਡਸ ਆਰ ਅਵੇਲੇਬਲ ਆਫ ਦੀ ਪਰ ਪਰਸਨ ਆਫ ਦੀ ਈਅਰ ਇਨ ਇੰਡੀਆ। ਵੀ ਜਿਹੜਾ 2001 ਸੀਗਾ ਉਹਦੇ ਵਿੱਚ ਜਿਹੜੀ ਫੂਡ ਦੀ ਅਵੇਲੇਬਿਲਿਟੀ ਸੀਗੀ ਲੋਕਾਂ ਨੂੰ ਕਿੰਨੀ ਦੇਣੀ ਚਾਹੀਦੀ ਸੀਗੀ ਉਹ ਦੱਸਣਾ ਵਾ ਵੀ 458 ਗ੍ਰਾਮ ਜਿਹੜੀ ਆ ਅਵੇਲੇਬਲ ਹੋਣੇ ਚਾਹੀਦੇ ਸੀਗੇ ਪਰ ਪਰਸਨ ਨੂੰ ਪਰ ਈਅਰ ਜਿਹੜਾ ਇੰਡੀਆ ਦੇ ਵਿੱਚ 2001 ਦੇ ਵਿੱਚ। ਨੈਕਸਟ ਹੈਗਾ ਵਟ ਇਜ਼ ਦੀ ਐਵਰੇਜ ਆਫ ਦੀ ਪਰ ਕੈਪੀਟਲ ਕਲਚਰਲ ਲੈਂਡ। ਵੀ ਜਿਹੜੀ ਸਾਡੀ ਕੈਪੀਟਲ ਜਿਹੜੀ ਕਿੰਨੀ ਆ ਕਲਚਰ ਲੈਂਡ ਆ ਉਹ ਕਿੰਨੀ ਆ 0.20 ਹੈਕਟੇਅਰ ਆਫ ਦੀ ਅਵੇਲੇਬਲ ਲੈਂਡ ਪਰ ਪਰਸਨ ਆਫ ਦੀ ਅਵੇਲੇਬਲ ਇਨ ਇੰਡੀਆ। ਇੰਡੀਆ ਦੇ ਵਿੱਚ ਜਿਹੜਾ ਵਾ 0.20 ਜਿਹੜੇ ਹੈਕਟੇਅਰ ਆ ਉਹ ਯੂਜ਼ ਕੀਤਾ ਜਾਂਦਾ ਇੱਕ ਬੰਦੇ ਦੁਆਰਾ ਕਲਚਰਲ ਲੈਂਡ ਦੇ ਅਕੋਰਡਿੰਗ। ਨੈਕਸਟ ਹੈਗਾ ਵਾ ਨੇਮ ਆਫ ਦੀ ਸਟੇਟ ਦੈਟ ਦੀ ਪ੍ਰੋਡਿਊਸ ਦੀ ਲਾਰਜੈਸਟ ਅਮਾਊਂਟ ਆਫ ਦੀ ਰਾਈਸ। ਕਿਹੜੀ ਸਟੇਟ ਹੈ ਜੀ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਰਾਈਸ ਉਗਾਇਆ ਜਾਂਦਾ। ਵੈਸਟ ਬੰਗਾਲ ਹੈ ਇੰਡੀਆ ਦੇ ਵਿੱਚ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਰਾਈਸ ਉਗਾਇਆ ਜਾਂਦਾ ਵਾ। ਨੈਕਸਟ ਹੈਗਾ ਵਟ ਇਜ਼ ਦੀ ਰੈਂਕ ਆਫ ਦੀ ਪੰਜਾਬ ਇਨ ਦੀ ਟਰਮਸ ਆਫ ਦੀ ਹੈਕਟੇਅਰ ਪ੍ਰੀਡੀਕੇਸ਼ਨ ਆਫ ਦੀ ਬੀਟ। ਵੀ ਜਿਹੜਾ ਪੰਜਾਬ ਦਾ ਕਿਹੜਾ ਰੈਂਕ ਆ ਜੋ ਅਸੀਂ ਦੇਖੀਏ ਵੀ ਇੱਕ ਹੈਕਟੇਅਰ ਦੇ ਵਿੱਚ ਕਣਕ ਕਿੰਨੀ ਜ਼ਿਆਦਾ ਉਗਾਈ ਜਾਂਦੀ ਹੈ ਤਾਂ ਪੰਜਾਬ ਦਾ ਜਿਹੜਾ ਵਾ ਫਸਟ ਰੈਂਕ ਆ ਅਕੋਰਡਿੰਗ ਟੂ ਉਹਨਾਂ ਦਾ ਪਰ ਹੈਕਟਰ ਬੀਟਸ ਦੇ ਵਿੱਚ ਉਗਾਉਣ ਦੇ ਵਿੱਚ। ਨੈਕਸਟ ਹੈਗਾ ਵਾ ਵਟ ਇਜ਼ ਦੀ ਰੈਂਕ ਆਫ ਦੀ ਇੰਡੀਆ ਇਨ ਦੀ ਟਰਮਸ ਆਫ ਪ੍ਰੋਡਿਊਸਿੰਗ ਦੀ ਪਲਸ ਇਨ ਵਰਲਡ। ਵੀ ਸਭ ਤੋਂ ਜ਼ਿਆਦਾ ਜਿਹੜੇ ਦਾਲਾਂ ਉਗਾਉਣ ਦੇ ਵਿੱਚ ਇੰਡੀਆ ਦਾ ਕਿਹੜਾ ਰੈਂਕ ਆ। ਇੰਡੀਆ ਦਾ ਫਸਟ ਰੈਂਕ ਆ ਵਰਲਡ ਦੇ ਵਿੱਚ ਸਭ ਤੋਂ ਜ਼ਿਆਦਾ ਦਾਲਾਂ ਇੱਥੇ ਉਗਦੀਆਂ ਨੇ। ਨੈਕਸਟ ਹੈਗਾ ਆਫਟਰ ਦੀ ਗ੍ਰੀਨ ਰੈਵੋਲੂਸ਼ਨ ਵਟ ਟਾਈਪਸ ਆਫ ਦੀ ਚੇਂਜ ਅਕਰ ਇਨ ਦੀ ਪ੍ਰੋਡਕਸ਼ਨ ਦੇ ਵਿੱਚ ਕਿਸ ਤਰ੍ਹਾਂ ਦੀਆਂ ਜਿਹੜੀਆਂ ਚੇਂਜਸ ਆਈਆਂ ਜਦੋਂ ਗ੍ਰੀਨ ਰੈਵੋਲੂਸ਼ਨ ਆਈ। ਜਿਹੜੇ ਪਲਸ ਵਾਸ ਵਨ ਔਨ ਟੂ ਦੀ 9.3 lakh hectare land in the Punjab before the green revolution. After the green revolution the area of reduced to the left to the 95,000 hectare। ਵੀ ਜਿਹੜਾ ਗ੍ਰੀਨ ਰੈਵੋਲੂਸ਼ਨ ਯਾਨੀ ਕਿ ਹਰੀ ਕ੍ਰਾਂਤੀ ਤੋਂ ਪਹਿਲਾਂ ਜਿਹੜਾ ਸੀ ਕਣਕਾਂ ਜਿਹੜਾ ਦਾਲਾਂ ਸੀਗੀਆਂ ਉਹ 9.3 ਲੱਖ ਹੈਕਟੇਅਰ ਜਿਹੜੀ ਪੰਜਾਬ ਦੇ ਵਿੱਚ ਉਗਾਈਆਂ ਜਾਂਦੀਆਂ ਸੀ। ਪਰ ਜਿਵੇਂ ਹਰੀ ਕ੍ਰਾਂਤੀ ਆਈ ਤਾਂ ਉਹਦੇ ਨਾਲ ਕੀ ਹੋਇਆ ਜਿਹੜਾ ਸਾਡੇ ਜਿਹੜੇ ਦਾਲਾਂ ਦਾ ਏਰੀਆ ਸੀਗਾ ਪੰਜਾਬ ਦੇ ਵਿੱਚੋਂ ਘਟ ਗਿਆ। ਹੁਣ ਸਿਰਫ 95,000 ਜਿਹੜਾ ਹੈਕਟੇਅਰ ਏਰੀਆ ਵਾ ਉੱਥੇ ਹੀ ਦਾਲਾਂ ਉਗਾਈਆਂ ਜਾਂਦੀਆਂ ਨੇ। ਨੈਕਸਟ ਹੈਗਾ ਵਾ at the end of the 21st century how much to the food grain would be required for the agriculture ਇੰਡੀਅਨ ਪਾਪੂਲੇਸ਼ਨ ਦੇ ਵਿੱਚ 21ਵੀਂ ਸਦੀ ਦੇ ਵਿੱਚ ਜਿਹੜੀ ਕਣਕ ਆ ਉਹ ਕਿੱਥੇ ਉਗਾਈ ਜਾਂਦੀ ਹੈ ਜਾਂ ਸਭ ਤੋਂ ਜ਼ਿਆਦਾ ਕਿੰਨੀ ਉਗਾਈ ਜਾਂਦੀ ਹੈ। ਜਿਹੜਾ ਹੈਗਾ 40 ਏਕੜਸ ਟਨ of the food grain would be required to the population of the India in the end of the let's the century of the 160 to 170 ਕਰੋੜ ਆਫ ਦੀ ਪਾਪੂਲੇਸ਼ਨ। ਵੀ ਜਿਹੜਾ ਹੁਣ ਜਿਹੜਾ ਵਾ 40 ਕਰੋੜ ਜਿਹੜਾ ਟਨ ਆ ਸਾਨੂੰ ਅੰਨ ਭੰਡਾਰ ਚਾਹੀਦਾ ਹੋਊਗਾ ਜਿਸ ਹਿਸਾਬ ਨਾਲ ਸਾਡੀ ਪਾਪੂਲੇਸ਼ਨ ਚ ਵੱਧ ਰਹੀ ਹੈ 21ਵੀਂ ਸੈਂਚੁਰੀ ਦੇ ਐਂਡ ਤੱਕ ਉਹ 160 ਤੋਂ 170 ਕਰੋੜ ਹੋ ਜਾਏਗੀ। ਨੈਕਸਟ ਹੈਗਾ ਵਾ ਰਾਈਟ ਡਾਊਨ ਦੀ ਐਨੀ 3 ਪ੍ਰੋਬਲਮਸ ਆਫ ਦੀ ਪ੍ਰੈਜ਼ੈਂਟ ਇੰਡੀਅਨ ਐਗਰੀਕਲਚਰ ਦੇ ਵਿੱਚ ਜਿਹੜੀਆਂ ਪ੍ਰੋਬਲਮ ਆਉਂਦੀਆਂ ਨੇ ਉਹ 3 ਕੋਈ ਪ੍ਰੋਬਲਮਾਂ ਦੱਸਣੀਆਂ ਜਿਹੜੀਆਂ ਹੁਣ ਆਉਂਦੀਆਂ ਨੇ। ਹਿਊਜ ਪ੍ਰੈਸ਼ਰ ਆਫ ਦੀ ਪਾਪੂਲੇਸ਼ਨ ਔਨ ਦੀ ਲੈਂਡ। ਵੀ ਸਭ ਤੋਂ ਜ਼ਿਆਦਾ ਜਿਹੜਾ ਪ੍ਰੈਸ਼ਰ ਆ ਹੁਣ ਲੈਂਡ ਦੇ ਉੱਤੇ ਪਾਪੂਲੇਸ਼ਨ ਦਾ ਵਾ ਜਨਸੰਖਿਆ ਦਾ ਵਾ। ਅਨਇਕੁਅਲ ਡਿਸਟ੍ਰੀਬਿਊਸ਼ਨ ਆਫ ਦੀ ਕਲਟੀਵੇਟਡ ਲੈਂਡ। ਵੀ ਜਿਹੜੀ ਲੈਂਡ ਆ ਜਿਹਦੇ ਵਿੱਚ ਅਸੀਂ ਕੀ ਚੀਜ਼ਾਂ ਉਗਾਉਂਦੇ ਆ ਉਹ ਸਾਰੀਆਂ ਵੀ ਹੁਣ ਅਨਇਕੁਅਲੀ ਡਿਸਟ੍ਰੀਬਿਊਸ਼ਨ ਹੋਈ ਆ। ਨੈਕਸਟ ਹੈਗਾ ਅਨਐਜੂਕੇਟਡ ਫਾਰਮਰ। ਵੀ ਜ਼ਿਆਦਾ ਜਿਹੜੇ ਫਾਰਮਰਸ ਨੇ ਉਹ ਪੜ੍ਹੇ ਲਿਖੇ ਹੈ ਨਹੀਂ। ਨੈਕਸਟ ਹੈਗਾ ਵਟ ਇਜ਼ ਦੀ ਰੈਂਕ ਆਫ ਦੀ ਇੰਡੀਆ ਇਨ ਦੀ ਵਰਲਡ ਇਨ ਦੀ ਪ੍ਰੋਡਕਸ਼ਨ ਆਫ ਦੀ ਸ਼ੂਗਰ ਕੇਨ ਦੀ ਪ੍ਰੋਡਕਸ਼ਨ ਦੇ ਵਿੱਚ ਜਿਹੜਾ ਇੰਡੀਆ ਦਾ ਰੈਂਕ ਕਿੰਨਵਾਂ ਆ ਰਿਹਾ ਵਾ ਤਾਂ ਇੰਡੀਆ ਇਜ਼ ਦੀ 5th ਪੋਜੀਸ਼ਨ ਆਫ ਦੀ ਵਰਲਡ ਇਨ ਦੀ ਪ੍ਰੋਡਕਸ਼ਨ ਆਫ ਸ਼ੂਗਰ ਕੇਨ ਦੀ ਪ੍ਰੋਡਕਸ਼ਨ ਦੇ ਵਿੱਚ ਜਿਹੜਾ ਇੰਡੀਆ ਵਾ ਉਹ ਵਰਲਡ ਦੇ ਵਿੱਚ 5ਵੇਂ ਸਥਾਨ ਤੇ ਆ ਰਿਹਾ ਵਾ। ਨੈਕਸਟ ਹੈਗਾ ਵਾ ਨੇਮ ਆਫ ਦੀ ਕਾਪਸ ਆਫ ਦੀ ਆਇਲ ਸ਼ੀਡ ਦੇ ਵਿੱਚ ਜਿਹੜੇ ਕਿਹੜੀਆਂ ਫਸਲਾਂ ਉੱਗਦੀਆਂ ਨੇ। all the seeds are the groundnuts, mustard, rapper seeds, sunflowers, cotton seeds, coconut etc. ये must be oil from there। ਵੀ ਜਿਹੜੀਆਂ ਜ਼ਿਆਦਾਤਰ ਜਿਹੜੀਆਂ ਬੀਜ ਨੇ ਜਿਹੜੇ ਬੀਜ ਫਸਲਾਂ ਨੇ ਉਹ ਕਿਹੜੀਆਂ ਨੇ ਆਇਲ ਫੀਡ ਜਿਹੜੀਆਂ ਨੇ ਉਹ ਹੈਗੀਆਂ ਨੇ ਗਰਾਊਂਡਨਟਸ ਯਾਨੀ ਕਿ ਸਾਡੀ ਮੂੰਗਫਲੀ ਆ ਸਰੋਂ ਦਾ ਅਤੇ ਸਾਡਾ ਸੂਰਜਮੁਖੀ ਦੇ ਫੁੱਲ ਨੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਵਿੱਚੋਂ ਤੇਲ ਕੱਢਿਆ ਜਾਂਦਾ ਵਾ। ਨੈਕਸਟ ਹੈਗਾ ਨੇਮ ਆਫ ਦੀ 2 ਸਟੇਟਸ ਆਫ ਦੀ ਪ੍ਰੋਡਿਊਸਿੰਗ ਮੈਕਸਿਮਮ ਅਮਾਊਂਟ ਆਫ ਕੋਕੋਨਟ। ਕਿਹੜੀਆਂ ਇਹੋ ਜਿਹੀਆਂ ਸਟੇਟਸ ਨੇ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਵਾ ਕੋਕੋਨਟ ਉਗਾਇਆ ਮੂੰਗਫਲੀਆਂ ਉਗਾਈਆਂ ਜਾਂਦੀਆਂ ਨੇ। ਗੁਜਰਾਤ ਅਤੇ ਮਹਾਰਾਸ਼ਟਰ ਜਿਹੜੀਆਂ ਨੇ ਉਹ 2 ਸਟੇਟ ਇਹੋ ਜਿਹੀਆਂ ਨੇ ਜਿੱਥੇ ਸਭ ਤੋਂ ਜ਼ਿਆਦਾ ਜਿਹੜਾ ਵਾ ਮੂੰਗਫਲੀਆਂ ਉਗਾਈਆਂ ਜਾਂਦੀਆਂ ਨੇ। ਨੈਕਸਟ ਹੈਗਾ ਵਾ ਇਨ ਦੀ ਡਿਕਨਸ ਆਫ ਦੀ ਏਰੀਆ ਅੰਡਰ ਦੀ ਆਇਲ ਸ਼ੀਡਸ ਪ੍ਰੋਡਕਸ਼ਨ ਇਨਕਰੀਜ਼ਡ ਆਰ ਦੀ ਮੋਸਟ। ਵੀ ਦੱਸਣਾ ਵਾ ਵੀ ਜਿਹੜਾ ਕਿੰਨਾ ਕੁ ਏਰੀਆ ਵਾ ਜਿਹੜਾ ਵਾ ਸਰੋਂ ਤੇਲ ਦਾ ਜਾਂ ਤੇਲ ਦੇ ਪ੍ਰੋਡਕਸ਼ਨ ਦੇ ਲਈ ਰੱਖਿਆ ਗਿਆ ਵਾ ਅਤੇ ਇਹ ਕੀ ਇਨਕਰੀਜ਼ ਹੋ ਰਿਹਾ ਵਾ। ਇੰਡੀਆ ਡੈਕਨ ਆਫ ਟੂ ਦੀ 1980s to 90s the India was obtained to the maximum increase in the production of oil seed। ਵੀ ਜਿਹੜਾ 80 ਤੋਂ ਲੈ ਕੇ 90 ਦੇ ਦਸ਼ਕ ਸੀਗਾ ਤਾਂ ਸਭ ਤੋਂ ਜ਼ਿਆਦਾ ਜਿਹੜਾ ਵਾ
ਤੇਲ ਦੇ ਬੀਜਾਂ ਦਾ ਜਿਹੜਾ ਵਾ ਉਤਪਾਦਨ ਕੀਤਾ ਗਿਆ ਸੀ ਇੰਡੀਆ ਦੇ ਵਿੱਚ। ਨੈਕਸਟ ਹੈਗਾ ਵਟ ਇਜ਼ ਦੀ ਮੇਨ ਕਾਟਨ ਪ੍ਰੋਡਿਊਸਿੰਗ ਸਟੇਟਸ ਆਫ ਦੀ ਆਵਰ ਕੰਟਰੀ, ਸਾਡੀ ਕੰਟਰੀ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਕਾਟਨ ਉਗਾਉਣ ਵਾਲੀਆਂ ਕਿਹੜੀਆਂ ਸਟੇਟਾਂ ਨੇ। ਦੀਆਂ ਮੇਨ ਕਾਟਨ ਪ੍ਰੋਡਕਸ਼ਨ ਸਟੇਟਸ ਆਫ ਇੰਡੀਆ ਆਰ ਮਹਾਰਾਸ਼ਟਰ, ਗੁਜਰਾਤ, ਪੰਜਾਬ, ਆਂਧਰਾ ਪ੍ਰਦੇਸ਼, ਹਰਿਆਣਾ, ਰਾਜਸਥਾਨ, ਕਰਨਾਟਕ, ਮੱਧ ਪ੍ਰਦੇਸ਼ ਐਂਡ ਤਾਮਿਲਨਾਡੂ, ਇਹ ਜਿਹੜੀਆਂ ਮੇਨ ਸਟੇਟਾਂ ਹੈਗੀਆਂ ਨੇ। ਨੈਕਸਟ ਹੈਗਾ ਵਟ ਇਜ਼ ਦੀ ਪਰ ਹੈਕਟੇਅਰ ਪ੍ਰੋਡਕਸ਼ਨ ਆਫ ਦੀ ਕਾਟਨ ਆਫ ਆਵਰ ਕੰਟਰੀ, ਇੱਕ ਹੈਕਟੇਅਰ ਦੇ ਵਿੱਚ ਸਾਡੇ ਕਿੰਨੀ ਜ਼ਿਆਦਾ ਪ੍ਰੋਡਕਸ਼ਨ ਹੁੰਦੀ ਆ ਕਾਟਨ ਦੀ, ਉਹ ਦੱਸਣੀ ਆ। ਆਂਸਰ ਹੈ 249 ਕਿਲੋਮੀਟਰ ਪਰ ਹੈਕਟੇਅਰ ਆਫ ਦੀ ਐਵਰੇਜ ਯਾਰਡ ਆਫ ਦੀ ਕਾਟਨ। ਇੱਥੇ 249 ਜਿਹੜਾ ਕਿਲੋਮੀਟਰ ਏਰੀਆ ਹੈਕਟੇਅਰ ਦਾ ਵਾ, ਉੱਥੇ ਸਭ ਤੋਂ ਜ਼ਿਆਦਾ ਕਾਟਨ ਉਗਾਈ ਜਾਂਦੀ ਹੈ। ਨੈਕਸਟ ਹੈਗਾ ਵਟ ਇਜ਼ ਦੀ ਮੇਨ ਪੋਟੈਟੋ ਪ੍ਰੋਡਕਸ਼ਨ ਸਟੇਟਸ ਆਫ ਦੀ ਇੰਡੀਆ, ਇੰਡੀਆ ਦੇ ਵਿੱਚ ਜਿਹੜੇ ਸਭ ਤੋਂ ਜ਼ਿਆਦਾ ਜਿਹੜੇ ਪੋਟੈਟੋ ਉਗਾਉਣ ਵਾਲੀਆਂ ਕਿਹੜੀਆਂ ਸਟੇਟਾਂ ਨੇ। ਉੱਤਰ ਪ੍ਰਦੇਸ਼, ਵੈਸਟ ਬੰਗਾਲ, ਬਿਹਾਰ, ਪੰਜਾਬ ਆਰ ਦੀਆਂ ਮੇਨ ਰਿਸੋਰਸਿਸ ਨੇ ਜਿੱਥੇ ਹੈਗੀ ਆ ਸਭ ਤੋਂ ਜ਼ਿਆਦਾ ਪੋਟੈਟੋ ਉਗਾਈ ਜਾਂਦੀ ਹੈ। ਨੈਕਸਟ ਹੈਗਾ ਨੇਮ ਆਫ ਦੀ ਮੇਨ ਪੋਟੈਟੋ ਪ੍ਰੋਡਿਊਸਿੰਗ ਡਿਸਟ੍ਰਿਕਟ ਆਫ ਇੰਡੀਆ, ਇੰਡੀਆ ਦੇ ਵਿੱਚ ਜਿਹੜੇ ਸਭ ਤੋਂ ਜ਼ਿਆਦਾ ਪੋਟੈਟੋ ਉਗਾਉਣ ਵਾਲੀਆਂ ਕਿਹੜੀਆਂ ਸਟੇਟਾਂ ਨੇ। ਜਲੰਧਰ, ਹੁਸ਼ਿਆਰਪੁਰ, ਪਟਿਆਲਾ, ਲੁਧਿਆਣਾ, ਇਹ ਮੇਨ ਸਟੇਟਾਂ ਮੰਨੀਆਂ ਜਾਂਦੀਆਂ ਨੇ। ਨੈਕਸਟ ਹੈਗਾ ਵਾ ਵਟ ਆਰ ਦੀ ਪਾਰਟਸ ਆਫ ਦੀ ਟੋਟਲ ਇਨਕਮ ਆਫ ਦੀ ਐਗਰੀਕਲਚਰ ਅਮਾਊਂਟ ਟੂ ਦੀ ਐਨੀਮਲ ਰੇਨਿੰਗ, ਜਿਹੜਾ ਐਨੀਮਲ ਰੇਨਿੰਗ ਆ ਉਹਦੇ ਵਿੱਚੋਂ ਸਭ ਤੋਂ ਜ਼ਿਆਦਾ ਜਿਹੜੀ ਐਗਰੀਕਲਚਰ ਦੀ ਅਮਾਊਂਟ ਕਿੰਨੀ ਕੰਟਰੀਬਿਊਟ ਕਰਦਾ ਵਾ, ਟੋਟਲ ਇਨਕਮ ਜਨਰੇਟ ਹੁੰਦੀ ਆ, ਉਹ ਦੱਸਣਾ ਵਾ। ਮੋਰ ਦੈਨ 1/4 ਪਾਰਟ ਆਫ ਐਗਰੀਕਲਚਰ ਇਨਕਮ ਇਜ਼ ਆਬਟੇਨ ਫਰੋਮ ਦੀ ਲਾਈਫ ਸਟਾਕ ਆਫ ਦੀ ਫਾਰਮਿੰਗ, ਜਿਹੜੇ ਲਾਈਫ ਸਟਾਕ ਆਫ ਫਾਰਮਿੰਗ ਆ ਉਹਦੇ ਵਿੱਚ 1/4 ਹਿੱਸਾ ਜਿਹੜਾ ਵਾ ਐਗਰੀਕਲਚਰ ਦੀ ਇਨਕਮ ਦਾ ਇਹ ਤੋਂ ਆਬਟੇਨ ਕੀਤਾ ਜਾਂਦਾ ਵਾ। ਨੈਕਸਟ ਹੈਗਾ ਵਟ ਇਜ਼ ਦੀ ਰੈਂਕ ਆਫ ਦੀ ਪੰਜਾਬ ਆਫ ਆਵਰ ਕੰਟਰੀ ਇਨ ਦੀ ਰਿਸਪੈਕਟ ਆਫ ਦੀ ਕੈਟਲ ਬਰਥ, ਵੀ ਜਿਹੜੀ ਸਾਡੀ ਪਸ਼ੂ ਧਨ ਆ ਉਹਦੇ ਵਿੱਚ ਪੰਜਾਬ ਦਾ ਕਿੰਨਵਾਂ ਰੈਂਕ ਆ ਸਾਡੀ ਇੰਡੀਆ ਦੇ ਵਿੱਚ। ਪੰਜਾਬ ਗੋਟ ਟੂ ਦੀ 13th ਪਲੇਸ ਆਫ ਦੀ ਇੰਡੀਆ ਰਿਗਾਰਡਿੰਗ ਟੂ ਦੀ ਕੈਟਲ ਬਰਥ, ਵੀ ਜਿਹੜਾ ਪਸ਼ੂ ਧਨ ਆ ਉਹਦੇ ਵਿੱਚ 13ਵਾਂ ਰੈਂਕ ਆ ਪੰਜਾਬ ਦਾ ਪੂਰੇ ਇੰਡੀਆ ਦੇ ਵਿੱਚ। ਨੈਕਸਟ ਹੈਗਾ ਵਾ ਵਿਚ ਪਾਰਟ ਆਫ ਦੀ ਕੰਟਰੀਜ਼ ਅਮਾਊਂਟ ਇਜ਼ ਦੀ ਹਾਈਐਸਟ ਕੈਟਲ ਬਰਥ, ਵੀ ਸਭ ਤੋਂ ਜ਼ਿਆਦਾ ਜਿਹੜਾ ਪਸ਼ੂ ਧਨ ਉਹ ਕਿੱਥੇ ਆ, ਉੱਤਰ ਪ੍ਰਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਹੈਗਾ ਵਾ। ਨੈਕਸਟ ਹੈਗਾ ਵਟ ਇਜ਼ ਦੀ ਰੈਂਕ ਆਫ ਦੀ ਇੰਡੀਆ ਇਨ ਦੀ ਵਰਲਡ ਇਜ਼ ਰਿਸਪੈਕਟ ਆਫ ਦੀ ਫੂਡ ਐਂਡ ਵੈਜੀਟੇਬਲ ਤੇ ਫੂਡਸ ਦੇ ਅਕੋਰਡਿੰਗ ਜਿਹੜਾ ਇੰਡੀਆ ਵਾ ਉਹਦਾ ਕਿੰਨਵਾਂ ਰੈਂਕ ਆ ਵਰਲਡ ਦੇ ਵਿੱਚ, ਤਾਂ ਇਹਦਾ ਸੈਕਿੰਡ ਪੋਜੀਸ਼ਨ ਆਉਂਦੀ ਆ ਫੂਡ ਤੇ ਵੈਜੀਟੇਬਲ ਦੇ ਵਿੱਚ। ਨੈਕਸਟ ਹੈਗਾ ਵਾ ਵੇਅਰ ਡਜ਼ ਦੀ ਇੰਡੀਆਸ ਰੈਂਕ ਇਨ ਦੀ ਵਰਲਡ ਆਫ ਦੀ ਪ੍ਰੋਡਕਸ਼ਨ ਆਫ ਕੈਸ਼ੂ ਨਟਸ ਜਿਹੜੇ ਹੁੰਦੇ ਆ ਕਾਜੂ ਦੇ ਵਿੱਚ ਸਾਡੇ ਜਿਹੜੇ ਇੰਡੀਆ ਦਾ ਕਿੰਨਵਾਂ ਰੈਂਕ ਮੰਨਿਆ ਜਾਂਦਾ ਵਾ, ਫਸਟ ਰੈਂਕ ਮੰਨਿਆ ਜਾਂਦਾ ਵਾ। ਨੈਕਸਟ ਹੈਗਾ ਵਾ ਵਟ ਇਜ਼ ਦੀ ਐਪਲ ਪ੍ਰੋਡਕਸ਼ਨ ਨੇਮ ਆਫ ਦੀ ਐਪਲ ਪ੍ਰੋਡਕਸ਼ਨ ਸਟੇਟ, ਜਿੱਥੇ ਸਭ ਤੋਂ ਜ਼ਿਆਦਾ ਐਪਲ ਉਗਾਇਆ ਜਾਂਦਾ ਉਹ ਸਟੇਟਾਂ ਦਾ ਨਾਮ ਲਿਖਣਾ। ਜੰਮੂ ਕਸ਼ਮੀਰ ਨੇ ਹਿਮਾਚਲ ਪ੍ਰਦੇਸ਼ ਜਿਹੜੇ ਨੇ, ਇਹ ਦੋ ਮੇਨ ਹੈ ਜਿਹੀਆਂ ਸਟੇਟਾਂ ਨੇ ਜਿੱਥੇ ਜਿਹੜੇ ਸੇਬ ਆ ਉਗਾਏ ਜਾਂਦੇ ਆ। ਅੱਜ ਦੇ ਸੈਸ਼ਨ ਦਾ ਲਾਸਟ ਕੁਐਸਚਨ ਹੈ ਵਟ ਇਜ਼ ਦੀ ਇੰਪੋਰਟੈਂਸ ਆਫ ਦੀ ਫੋਰੈਸਟ ਦੀ ਕੀ ਇੰਪੋਰਟੈਂਸ ਆ। ਦੀ ਫੋਰੈਸਟ ਹੈਲਪ ਟੂ ਦੀ ਮੇਨਟੇਨ ਦੀ ਇਕੋਲੋਜਿਕ ਬੈਲੈਂਸ, ਵੀ ਸਾਡਾ ਇਕੋਲੋਜਿਕ ਜਿਹੜਾ ਵਾ ਬੈਲੈਂਸ ਉਹਨੂੰ ਬਣਾਉਣ ਦੇ ਵਿੱਚ ਫੋਰੈਸਟ ਦੀ ਸਭ ਤੋਂ ਜ਼ਿਆਦਾ ਇੰਪੋਰਟੈਂਸ ਆ। ਫੋਰੈਸਟ ਪ੍ਰੋਵਾਈਡ ਟੂ ਦੀ ਟਿੰਬਰ, ਗਮਸ, ਲੇਕ, ਲੇਨ, ਚਾਰਕੋਲਸ ਐਂਡ ਵੁੱਡਸ ਆਰ ਫਿਊਲਸ, ਵੀ ਜਿਹੜੀਆਂ ਫੋਰੈਸਟ ਨੇ ਉਹ ਤੋਂ ਸਾਨੂੰ ਟਿੰਬਰ ਮਿਲਦਾ ਵਾ, ਗਮ ਮਿਲਦੀ ਆ, ਸਾਨੂੰ ਲੱਕੜੀ ਮਿਲਦੀ ਆ, ਕੋਲਾ ਮਿਲਦਾ ਵਾ, ਜਿਹਨੂੰ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਪੈਂਦੀ ਆ। ਇਹ ਸੀਗਾ ਅੱਜ ਦਾ ਸੈਸ਼ਨ। ਆਈ ਹੋਪ ਤੁਹਾਨੂੰ ਪਸੰਦ ਆਇਆ ਹੋਊ। ਜੇਕਰ ਪਸੰਦ ਆਇਆ ਤਾਂ ਜ਼ਰੂਰ ਸਬਸਕ੍ਰਾਈਬ ਕਰੋ ਮੇਰੇ ਚੈਨਲ ਨੂੰ ਜਸਟ ਡੂ ਇਟ ਫॉर ਬ੍ਰਾਈਟ ਫਿਊਚਰ, ਅਤੇ ਵੱਧ ਤੋਂ ਵੱਧ ਮੇਰੇ ਚੈਨਲ ਦੇ ਨਾਲ ਜੁੜੋ ਜਿੰਨੇ ਹੋ ਸਕੋ, ਅਤੇ ਜਿੰਨਾ ਤੁਹਾਨੂੰ ਜਿਹੜੀ ਵੀ ਚੀਜ਼ ਦੀ ਪ੍ਰੋਬਲਮ ਆ ਰਹੀ ਆ ਉਹ ਮੈਨੂੰ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ, ਅਤੇ ਵੱਧ ਤੋਂ ਵੱਧ ਮੇਰੇ ਚੈਨਲ ਨਾਲ ਜੁੜੋ, ਇਹਨੂੰ ਸ਼ੇਅਰ ਕਰੋ, ਲਾਈਕ ਕਰੋ, ਅਤੇ ਵੱਧ ਤੋਂ ਵੱਧ ਲੋਕਾਂ ਤੱਕ ਇਹ ਪਹੁੰਚਾਓ। ਥੈਂਕਸ ਅ ਲੋਟ ਵਾਚਿੰਗ ਫॉर ਮਾਈ ਸੈਸ਼ਨ।